ਡੀਅਰ ਸਟੂਡੈਂਟਸ, ਅੱਜ ਆਪਾਂ ਨੈਕਸਟ ਲੈਸਨ ਸਟਾਰਟ ਕਰਦੇ ਹਾਂ ਜਿਸ ਦਾ ਨਾਮ ਹੈ ਥਿੰਕਿੰਗ ਆਊਟ ਆਫ ਦਾ ਬਾਕਸ ਲੇਟਰਲ ਥਿੰਕਿੰਗ। ਥਿੰਕਿੰਗ ਆਊਟ ਆਫ ਦਾ ਬਾਕਸ ਦਾ ਮਤਲਬ ਹੈ ਹਟ ਕੇ ਸੋਚਣਾ, ਕੋਈ ਅਲੱਗ ਸੋਚਣਾ। ਆਪਾਂ ਲੈਸਨ ਸਟਾਰਟ ਕਰਦੇ ਹਾਂ। ਮੈਨੀ ਈਅਰਸ ਅਗੋ in a small Indian village, a farmer had the misfortune of owing a large sum of money to a village moneylender। ਬਹੁਤ ਸਮੇਂ ਪਹਿਲਾਂ ਦੀ ਗੱਲ ਹੈ। ਭਾਰਤ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਫਾਰਮਰ ਸੀ। ਉਸ ਦੀ ਬਦਕਿਸਮਤੀ ਸੀ ਕਿ ਉਸਨੇ ਪਿੰਡ ਦੇ ਮਨੀ ਲੈਂਡਰ ਨੂੰ, ਮਨੀ ਲੈਂਡਰ ਮਤਲਬ ਸ਼ਾਹੂਕਾਰ ਨੂੰ, ਜਿੱਥੋਂ ਪੈਸੇ ਲੋਕੀ ਉਧਾਰ ਲੈਂਦੇ ਆ, ਉਸਨੂੰ ਲਾਰਜ ਸਮ ਆਫ ਮਨੀ, ਕਾਫੀ ਜ਼ਿਆਦਾ ਧਨ ਉਸਨੂੰ ਵਾਪਸ ਕਰਨਾ ਸੀ ਕਰਜ਼ੇ ਦੇ ਰੂਪ ਵਿੱਚ। ਦ ਮਨੀ ਲੈਂਡਰ ਹੂ ਵਾਜ਼ ਓਲਡ ਐਂਡ ਅਗਲੀ। ਹੁਣ ਮਨੀ ਲੈਂਡਰ ਬਾਰੇ ਕੀ ਦੱਸਿਆ? ਉਹ ਓਲਡ ਸੀ, ਬੁੱਢਾ ਸੀ, ਅਗਲੀ ਸੀ। ਅਗਲੀ ਦਾ ਮੀਨ ਹੁੰਦਾ ਹੈ ਬਦਸੂਰਤ ਸੀ। ਫੈਂਸਿਡ ਦਾ ਫਾਰਮਰਸ ਬਿਊਟੀਫੁਲ ਡਾਟਰ। ਉਸ ਦੀ ਨਜ਼ਰ ਕਿਸਾਨ ਦੀ ਸੁੰਦਰ ਧੀ 'ਤੇ ਸੀ। ਸੋ ਹੀ ਪ੍ਰਪੋਜ਼ਡ ਏ ਬਾਰਗੇਨ। ਹੁਣ ਕੀ ਹੈ, ਜਿਹੜਾ ਮਨੀ ਲੈਂਡਰ ਹੈ ਉਸ ਦਾ ਦਿਲ, ਜਿਵੇਂ ਕਹਿ ਲਓ, ਜਾਂ ਉਸਦਾ ਮਨ ਕਹਿ ਲਓ, ਫਾਰਮਰ ਦੀ ਡਾਟਰ 'ਤੇ ਹੈ। ਫਾਰਮਰ ਨੇ ਕਾਫੀ ਸਾਰਾ ਧਨ ਜਿਹੜਾ ਹੈ ਉਸ ਨੂੰ ਕਰਜ਼ੇ ਦੇ ਰੂਪ ਵਿੱਚ ਵਾਪਸ ਦੇਣਾ ਹੈ। ਤਾਂ ਜਿਹੜਾ ਮਨੀ ਲੈਂਡਰ ਹੈ ਉਹ ਇੱਕ ਬਾਰਗੇਨ ਮੀਨ ਹੁੰਦਾ ਸੌਦਾ, ਉਹ ਪ੍ਰਪੋਜ਼ ਕਰਦਾ ਹੈ, ਉਹਦਾ ਪ੍ਰਸਤਾਵ ਰੱਖਦਾ ਹੈ। ਹੀ ਸੈਡ ਹੀ ਵੁੱਡ ਫੋਰਗੋ। ਹੀ ਸੈਡ ਹੀ ਵੁੱਡ ਫੋਰਗੋ ਮੀਨ ਹੁੰਦਾ ਛੱਡ ਦੇਣਾ। ਦ ਫਾਰਮਰਸ ਡੈਪਟ ਇਫ ਹੀ ਕੁਡ ਮੈਰੀ ਦਾ ਫਾਰਮਰਸ ਡਾਟਰ। ਹੁਣ ਕੀ ਪ੍ਰਪੋਜ਼ਲ ਰੱਖਦਾ ਉਹਦੇ ਸਾਹਮਣੇ ਵੀ ਉਹ ਫਾਰਮਰ ਦਾ ਡੈਪਟ ਜਿਹੜਾ ਹੈ ਉਹ ਕਰਜ਼ਾ ਮਾਫ ਕਰ ਦੂਗਾ, ਛੱਡ ਦੂਗਾ, ਜੇਕਰ ਕਿਸਾਨ ਨੇ ਆਪਦੀ ਧੀ ਉਸ ਨਾਲ ਵਿਆਹ ਦਿੱਤੀ। ਬੋਥ ਦਾ ਫਾਰਮਰ ਐਂਡ ਹਿਜ਼ ਡਾਟਰ ਵਰ ਹੋਰੀਫਾਈਡ ਬਾਈ ਦਾ ਪ੍ਰਪੋਜ਼ਲ। ਹੁਣ ਜਿਹੜਾ ਮਨੀ ਲੈਂਡਰ ਦਾ ਇਹ ਪ੍ਰਪੋਜ਼ਲ ਹੁੰਦਾ ਹੈ, ਪ੍ਰਸਤਾਵ ਹੁੰਦਾ ਹੈ, ਵੀ ਉਹ ਸੁਣ ਕੇ ਇਹ ਫਾਰਮਰ ਤੇ ਉਸਦੀ ਧੀ ਦੋਵੇਂ ਬਹੁਤ ਜ਼ਿਆਦਾ ਹੋਰੀਫਾਈਡ ਹੋ ਜਾਂਦੇ ਆ, ਡਰ ਜਾਂਦੇ ਆ। ਸੋ ਦ ਕਨਿੰਗ ਮਨੀ ਲੈਂਡਰ ਸੁਜੈਸਟਡ ਦੈਟ ਦੇ ਲੈਟ ਪ੍ਰੋਵੀਡੈਂਸ ਡਿਸਾਈਡ ਦਾ ਮੈਟਰ। ਹੁਣ ਜਿਹੜਾ ਮਨੀ ਲੈਂਡਰ ਹੈ ਉਹ ਇਹ ਸੁਜੈਸਟ ਕਰ ਰਿਹਾ ਵੀ ਜਿਹੜੀ ਪ੍ਰੋਵੀਡੈਂਸ ਹੈ ਨਾ, ਮਤਲਬ ਆਪਾਂ ਕਹਿੰਦੇ ਵੀ ਰੱਬ ਦੇ ਭਰੋਸੇ ਛੱਡ ਦਿੰਦੇ ਆ। ਡਿਸਾਈਡ ਦਾ ਮੈਟਰ ਜੋ ਹੈ ਇਹ ਜਿਹੜਾ ਮਸਲਾ ਹੈ ਉਹਨੂੰ ਆਪਾਂ ਕਿਸਮਤ 'ਤੇ ਜਾਂ ਰੱਬ 'ਤੇ ਛੱਡ ਦਿੰਦੇ ਆ। ਇੱਕ ਕਨਿੰਗ ਮੈਨੇ ਹੁੰਦਾ ਮੱਕਾਰ, ਜਿਹੜਾ ਧੋਖੇਬਾਜ਼ ਹੈ। ਇਸ ਤੋਂ ਅਗਲਾ ਪੈਰਾ ਪੜ੍ਹਦੇ ਆਪਾਂ। He told them that he would put a black pebble and a white pebble into an empty money bag। ਹੁਣ ਇੱਕ ਪ੍ਰਪੋਜ਼ਲ ਬਣਾ ਰਿਹਾ ਉਸਨੇ, ਇੱਕ ਗੇਮ ਬਣਾ ਰਿਹਾ ਕੀ ਗੇਮ ਬਣਾ ਰਿਹਾ ਵੀ ਇੱਕ ਬੈਗ ਲਊਗਾ, ਉਹਦੇ ਵਿੱਚ ਇੱਕ ਬਲੈਕ ਪੈਬਲ ਪਾ ਦੂਗਾ ਤੇ ਇੱਕ ਵਾਈਟ ਪੈਬਲ ਪਾ ਦੂਗਾ। ਪੈਬਲ ਦਾ ਮਤਲਬ ਹੁੰਦਾ ਛੋਟਾ ਪੱਥਰ। ਇੱਕ ਬਲੈਕ ਪੈਬਲ ਤੇ ਇੱਕ ਵਾਈਟ ਪੈਬਲ ਇੱਕ ਬੈਗ ਵਿੱਚ ਪਾ ਦੂਗਾ, ਐਮਟੀ ਮਨੀ ਬੈਗ ਵਿੱਚ। ਦੈਨ ਦਾ ਗਰਲ ਵੁੱਡ ਹੈਵ ਟੂ ਪਿਕ ਵਨ ਪੈਬਲ ਫਰੋਮ ਦਾ ਬੈਗ। ਹੁਣ ਕੀ ਹੈ, ਬਿਨਾਂ ਦੇਖੇ ਕਹਿ ਲਓ, ਉਸ ਬੈਗ ਦੇ ਵਿੱਚੋਂ ਗਰਲ ਨੇ ਇੱਕ ਪੈਬਲ ਬਾਹਰ ਕੱਢਣੀ ਹੈ। ਬਿਨਾਂ ਦੇਖੇ ਹੋਏ ਉਹਦੇ ਵਿੱਚੋਂ ਇੱਕ ਪੈਬਲ, ਇੱਕ ਛੋਟਾ ਪੱਥਰ ਦਾ ਟੁਕੜਾ, ਜਿਵੇਂ ਬਜਰੀ ਕਹਿ ਲਓ, ਉਹਦੇ ਵਿੱਚੋਂ ਇੱਕ ਬਲੈਕ ਜਾਂ ਵਾਈਟ ਵਿੱਚੋਂ ਕੋਈ ਇੱਕ ਬਾਹਰ ਕੱਢਣੀ ਹੈ ਉਹਨੇ। ਇਫ ਸ਼ੀ ਪਿਕਡ ਦਾ ਬਲੈਕ ਪੈਬਲ ਸ਼ੀ ਵੁੱਡ ਬਿਕਮ ਹਿਜ਼ ਵਾਈਫ। ਹੁਣ ਜੇ ਉਹਦੇ ਹੱਥ ਬਲੈਕ ਪੈਬਲ ਆ ਗਈ ਬਾਹਰ ਤਾਂ ਉਸਨੂੰ, ਉਸ ਲੜਕੀ ਨੂੰ ਉਸਦੀ ਪਤਨੀ ਬਣਨਾ ਪਏਗਾ। ਐਂਡ ਹਰ ਫਾਦਰਸ ਡੈਥ ਵੁੱਡ ਬੀ ਰਿਟਨ ਆਫ। ਤੇ ਉਸਦੇ ਪਿਤਾ ਦਾ ਕਰਜ਼ਾ ਮਾਫ ਕਰ ਦਿੱਤਾ ਜਾਊਗਾ। ਕੀ ਕੰਡੀਸ਼ਨ ਬਣਾਈ ਹੈ? ਇੱਕ ਕਾਲਾ ਪੱਥਰ ਹੈ, ਇੱਕ ਛੋਟਾ ਜਿਹਾ ਵਾਈਟ ਪੱਥਰ ਹੈ, ਬਜਰੀ ਦੇ ਟੁਕੜੇ ਕਹਿ ਲਓ। ਜਿਵੇਂ ਮੰਨ ਲਓ ਉੱਥੋਂ ਨਾ ਉਹ
ਜਿਵੇਂ ਸੜਕ ਤੋਂ ਹੀ ਉਹ ਕੋਈ ਚੀਜ਼ ਇਹ ਜੀ ਬਲੈਕ ਤੇ ਵਾਈਟ ਪੈਬਲ ਚੱਕ ਲਿਆ, ਇੱਕ ਗੇਮ ਬਣਾ ਲਈ ਵੀ ਜੇ ਤਾਂ ਹੱਥ 'ਚ ਬਲੈਕ ਪੈਬਲ ਆ ਗਈ ਤਾਂ ਕੀ ਕਰਨਾ ਪਊਗਾ, ਉਸਦੀ ਲੜਕੀ ਨੂੰ ਉਸਦੀ ਪਤਨੀ ਬਣਨਾ ਪਊਗਾ ਤੇ ਕਰਜ਼ਾ ਮਾਫ ਹੋ ਜਾਊਗਾ। ਇਫ ਸ਼ੀ ਪਿਕਡ ਦਾ ਵਾਈਟ ਪੈਬਲ, ਜੇ ਹੱਥ 'ਚ ਵਾਈਟ ਪੈਬਲ ਆ ਗਈ, ਸ਼ੀ ਨੀਡ ਨਾਟ ਮੈਰੀ ਹਿਮ। ਫਿਰ ਕੀ ਕੰਡੀਸ਼ਨ ਹੈ, ਉਸ ਨੂੰ ਨੀਡ ਨਾਟ ਮੈਰੀ ਹਿਮ, ਉਸ ਨਾਲ ਵਿਆਹ ਨਹੀਂ ਕਰਨਾ ਪੈਣਾ। ਐਂਡ ਹਰ ਫਾਦਰਸ ਡੈਪਟ ਵੁੱਡ ਸਟਿਲ ਬੀ ਰਿਟਨ ਆਫ, ਉਸ ਦੇ ਪਿਤਾ ਦਾ ਕਰਜ਼ਾ ਫਿਰ ਵੀ ਰਿਟਨ ਆਫ ਕਰ ਦਿੱਤਾ ਜਾਊਗਾ, ਛੱਡ ਦਿੱਤਾ ਜਾਊਗਾ। ਬਟ ਇਫ ਸ਼ੀ ਰਿਫਿਊਜ਼ ਟੂ ਪਿਕ ਏ ਪੈਬਲ, ਪਰੰਤੂ ਜੇਕਰ ਉਹ ਪੈਬਲ ਚੱਕਣ ਤੋਂ ਇਨਕਾਰ ਕਰਦੀ ਹੈ, ਰਿਫਿਊਜ਼ਡ ਮੈਨੇ ਇਨਕਾਰ ਕਰਨਾ, ਹਰ ਫਾਦਰ ਵੁੱਡ ਬੀ ਥਰੋਨ ਇਨਟੂ ਜੇਲ, ਉਸ ਦੇ ਪਿਤਾ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਊਗਾ। ਤਾਂ ਹੁਣ ਜਿਹੜਾ ਮਨੀ ਲੈਂਡਰ ਜਿਹਦੇ ਬਾਰੇ ਆਪਾਂ ਪਹਿਲਾਂ ਕਿਹਾ ਉਹ ਕਨਿੰਗ ਹੈ, ਕਨਿੰਗ ਮੈਨੇ ਮਕਾਰ ਹੈ, ਧੋਖੇਬਾਜ਼ ਹੈ। ਉਹ ਇੱਕ ਗੇਮ ਕਿਸ ਤਰ੍ਹਾਂ ਦੀ ਪਲਾਨ ਕਰਦਾ ਪਿਆ ਵੀ ਗੇਮ ਤਾਂ ਖੇਡਣੀ ਪਊਗੀ, ਜੇ ਤਾਂ ਗੇਮ ਦੇ ਵਿੱਚ ਹੱਥ ਵਿੱਚ ਬਲੈਕ ਪੈਬਲ ਆਉਂਦੀ ਹੈ ਤਾਂ ਵਿਆਹ ਕਰਵਾਉਣਾ ਪਊਗਾ ਪਰ ਕਰਜ਼ਾ ਮਾਫ, ਜੇ ਵਾਈਟ ਪੈਬਲ ਹੱਥ ਵਿੱਚ ਆਉਂਦੀ ਹੈ ਤਾਂ ਵਿਆਹ ਕਰਾਉਣ ਦੀ ਲੋੜ ਨਹੀਂ, ਕਰਜ਼ਾ ਤਾਂ ਵੀ ਮਾਫ। ਤਾਂ ਗੇਮ ਖੇਡਣੀ ਪਊਗੀ, ਜੇ ਉਹਨੇ ਰਿਫਿਊਜ਼ ਕਰਤਾ ਫਿਰ ਉਹ ਜੇਲ੍ਹ ਵਿੱਚ ਸੁੱਟ ਦਿੱਤਾ ਜਾਊਗਾ। ਕਹਿਣ ਦਾ ਮਤਲਬ ਉਸ 'ਤੇ ਮੁਕੱਦਮਾ ਚੱਲੂਗਾ, ਜੇਲ੍ਹ ਜਾਣਾ ਪਊਗਾ। They were standing on a pebble-strewn path in the farmer's field, ਜਦੋਂ ਉਹ ਦੇਖਿਆ ਵੀ ਉਹ ਜਿਹੜਾ ਰਸਤਾ ਹੈ ਜਿਹੜਾ ਉਹਦੇ 'ਤੇ ਪੱਥਰ ਦੇ ਛੋਟੇ ਛੋਟੇ ਟੁਕੜੇ ਪਏ ਹੈ, ਜਿਹਨੂੰ ਲਿਖੇ ਨਾ ਪੈਬਲ ਸਟਰੀਨ ਪਾਥ, ਰਸਤਾ ਜਿਹਦੇ 'ਤੇ ਕਾਫੀ ਸਾਰੀ ਛੋਟੇ ਛੋਟੇ ਕੰਕਰ ਪੱਥਰ ਜਿਹੜੇ ਪਏ ਹੈ, ਉੱਥੇ ਖੜੇ ਸੀ। ਐਜ਼ ਦੇ ਟਾਪ ਦਾ ਮਨੀ ਲੈਂਡਰ ਬੈਂਟ ਓਵਰ ਟੂ ਪਿਕ ਅਪ 2 ਪੈਬਲਸ, ਹੁਣ ਮਨੀ ਲੈਂਡਰ ਨੇ ਗੇਮ ਚਲਾਣੀ ਹੈ ਨਾ ਤਾਂ ਉਹ ਨੀਚੇ ਝੁਕਦਾ ਹੈ, ਬੈਂਟ ਓਵਰ ਨੀਚੇ ਝੁਕਦਾ ਹੈ ਤੇ 2 ਪੈਬਲ ਚੱਕਣ ਦੇ ਲਈ। ਐਜ਼ ਹੀ ਪਿਕਡ ਦੈਮ ਅਪ ਦਾ ਸ਼ਾਰਪ ਆਈਡ ਗਰਲ ਨੋਟਿਸ ਦੈਟ he had picked up 2 black pebbles। ਹੁਣ ਜਿਹੜਾ ਮਨੀ ਲੈਂਡਰ ਹੈ ਆਪਾਂ ਦੱਸਿਆ ਨਾ ਉਹ ਕਨਿੰਗ ਹੈ, ਉਹ ਜਦੋਂ ਥੱਲੋਂ 2 ਕੰਕਰ ਪੱਥਰ ਚੁੱਕਣੇ ਹੁੰਦੇ ਆ ਨਾ ਤਾਂ ਗਰਲ ਜਿਹੜੀ ਹੈ ਉਹ ਸ਼ਾਰਪ ਆਈਡ, ਤਿੱਖੀਆਂ ਨਜ਼ਰਾਂ ਵਾਲੀ ਜਿਹੜੀ ਗਰਲ ਹੈ ਉਹ ਨੋਟਿਸ ਕਰ ਲੈਂਦੀ ਹੈ ਵੀ ਉਹ ਜਿਹੜਾ ਮਨੀ ਲੈਂਡਰ ਹੈ ਉਹਨੇ ਦੋਵੇਂ ਪੈਬਲਸ ਕਿਹੜੇ ਚੱਕ ਕੇ ਰੱਖ ਲਏ, ਬਲੈਕ। ਹੁਣ ਗੇਮ ਸਮਝ ਲੱਗਦੀ ਪਈ ਹੈ ਨਾ ਕਿਵੇਂ ਧੋਖਾ ਚੱਲ ਪਿਆ, ਵੀ ਗੱਲ ਤਾਂ ਇਹ ਹੋਈ ਸੀ ਵੀ ਇੱਕ ਵਾਈਟ ਪੈਬਲ ਹੋਊਗਾ ਤੇ ਇੱਕ ਬਲੈਕ ਪੈਬਲ ਹੋਊਗਾ, ਉਹਨਾਂ ਦੋਨਾਂ ਵਿੱਚੋਂ ਚੁੱਕਣਾ ਹੈ। ਪਰ ਧੋਖੇਬਾਜ਼ ਨੇ ਕੀ ਕੀਤਾ, ਦੋਵੇਂ ਬਲੈਕ ਪੈਬਲ ਚੁੱਕ ਲਏ ਐਂਡ ਪੁੱਟ ਦੈਮ ਇਨਟੂ ਦਾ ਬੈਗ, ਤੇ ਬੈਗ ਵਿੱਚ ਪਾ ਦਿੱਤਾ। ਹੀ ਦੈਨ ਆਸਕਡ ਦਾ ਗਰਲ ਟੂ ਪਿਕ ਏ ਪੈਬਲ ਫਰੋਮ ਦਾ ਬੈਗ। ਹੁਣ ਜਿਹੜੀ ਜਿਵੇਂ ਪ੍ਰਪੋਜ਼ਲ ਰੱਖਿਆ ਸੀਗਾ, ਜਿਵੇਂ ਗੇਮ ਬਣਾਈ ਗਈ ਸੀਗੀ, ਤਾਂ ਉਹਨੂੰ ਕਿਹਾ ਲੜਕੀ ਨੂੰ ਤੂੰ ਪੈਬਲ ਚੱਕ ਵਿੱਚੋਂ। ਨਾਓ ਇਮੈਜਨ ਯੂ ਆਰ ਸਟੈਂਡਿੰਗ ਇਨ ਦਾ ਫੀਲਡ, ਹੁਣ ਇਮੈਜਨ ਕਰੋ ਵੀ ਤੁਸੀਂ ਫੀਲਡ ਵਿੱਚ ਖੜੇ ਹੋ। ਵਾਟ ਵੁੱਡ ਯੂ ਹੈਵ ਡਨ ਇਫ ਯੂ ਹੈਡ ਬੀਨ ਦਾ ਗਰਲ, ਜੇ ਉਸ ਲੜਕੀ ਦੀ ਥਾਂ 'ਤੇ ਤੁਸੀਂ ਹੁੰਦੇ ਤਾਂ ਤੁਸੀਂ ਕੀ ਕਰਦੇ। ਇਫ ਯੂ ਹੈਡ ਟੂ ਐਡਵਾਈਜ਼ ਹਰ, ਚਲੋ ਮੰਨ ਲਓ ਤੁਸੀਂ ਉਸ ਲੜਕੀ ਨੂੰ ਸਿੱਖਿਆ ਦੇਣੀ ਹੋਵੇ, ਉਹਨੂੰ ਸਲਾਹ ਦੇਣੀ ਹੋਵੇ ਤਾਂ ਕੀ ਕਰੋਗੇ। ਵਾਟ ਵੁੱਡ ਯੂ ਹੈਵ ਟੋਲਡ ਹਰ, ਤੁਸੀਂ ਉਸਨੂੰ ਕੀ ਸਲਾਹ ਦੇਣੀ ਸੀ, ਉਹਨੂੰ ਕੀ ਕਹਿਣਾ ਸੀਗਾ ਵੀ ਹੁਣ ਆਹ ਕੰਡੀਸ਼ਨ ਹੈ ਤੇ ਆਹ ਕਰ। ਕੇਅਰਫੁਲ ਐਨਾਲਿਸਿਸ, ਧਿਆਨ ਨਾਲ ਜੇਕਰ ਐਨਾਲਿਸਿਸ ਕਰੀਏ, ਅਧਿਐਨ ਕਰੀਏ, ਵਿਸ਼ਲੇਸ਼ਣ ਕਰੀਏ ਇਸ ਪਰਿਸਥਿਤੀ ਦਾ, ਵੁੱਡ ਪ੍ਰੋਡਿਊਸ 3 ਪੋਸੀਬਿਲਿਟੀਜ਼, 3 ਪੋਸੀਬਿਲਿਟੀਜ਼ ਬਣ ਗਈਆਂ। ਕਿਹੜੀ ਕਿਹੜੀ 3 ਪੋਸੀਬਿਲਿਟੀਜ਼ ਹੈ। ਦਾ ਗਰਲ ਸ਼ੁੱਡ ਰਿਫਿਊਜ਼ ਟੂ ਟੇਕ ਏ ਪੈਬਲ, ਜਿਹੜੀ ਲੜਕੀ ਹੈ ਉਹ ਰਿਫਿਊਜ਼ ਕਰ ਦੇ ਵੀ ਮੈਂ ਨਹੀਂ ਪੈਬਲ ਚੁੱਕਦੀ। ਦੂਜੀ ਕੰਡੀਸ਼ਨ ਬੀ, the girl should show that there were 2 black pebbles in the bag and expose the money lender as a cheat। ਦੂਜੀ ਕੰਡੀਸ਼ਨ ਕੀ ਹੈ ਵੀ ਜਿਹੜੀ ਲੜਕੀ ਹੈ ਉਹ ਦੱਸ ਦੇਵੇ ਵੀ ਤੂੰ ਤਾਂ ਦੋਵੇਂ ਬਲੈਕ ਪੈਬਲਸ ਬੈਗ ਵਿੱਚ ਪਾਏ ਹੈ, ਤੂੰ ਤਾਂ ਚੀਟ ਹੈ, ਉਸਦੀ ਜਿਹੜੀ ਹੈ
ਧੋਖੇ ਨੂੰ ਐਕਸਪੋਜ਼ ਕਰ ਦੇਵੇ, ਜ਼ਾਹਰ ਕਰ ਦੇਵੇ, ਲੋਕਾਂ ਨੂੰ ਦੱਸ ਦੇਵੇ। ਥਰਡ, ਦ ਗਰਲ ਸ਼ੁੱਡ ਪਿਕ ਏ ਬਲੈਕ ਪੈਬਲ ਐਂਡ ਸੈਕਰੀਫਾਈਸ ਹਰਸੈਲਫ ਇਨ ਆਰਡਰ ਟੂ ਸੇਵ ਹਰ ਫਾਦਰ ਫਰੋਮ ਡੈਥ ਐਂਡ ਇੰਪ੍ਰਿਜ਼ਨਮੈਂਟ। ਤੀਜੀ ਕੰਡੀਸ਼ਨ ਕੀ ਹੈ ਵੀ ਜਿਹੜੀ ਲੜਕੀ ਹੈ ਉਹ ਵਿੱਚੋਂ ਜਿਵੇਂ ਕਿਹਾ ਗਿਆ ਬਲੈਕ ਪੈਬਲ ਚੁੱਕ ਲਵੇ, ਆਪਦੇ ਆਪ ਨੂੰ ਸੈਕਰੀਫਾਈਸ ਕਰ ਦੇਵੇ। ਸੈਕਰੀਫਾਈਸ ਮਾਨੇ ਕੁਰਬਾਨ, ਜਿਵੇਂ ਕਹਿ ਲਓ, ਜਾਂ ਆਪਣੀ ਕੁਰਬਾਨੀ ਦੇ ਦੇਵੇ ਵੀ, ਤੇ ਆਪਦੇ ਪਿਤਾ ਨੂੰ ਇੰਪ੍ਰਿਜ਼ਨਮੈਂਟ ਮਾਨੇ ਕੈਦ ਤੇ ਕਰਜ਼ੇ ਤੋਂ ਮੁਕਤ ਕਰਾ ਦੇਵੇ। ਟੇਕ ਅ ਮੋਮੈਂਟ ਟੂ ਪੋਂਡਰ ਓਵਰ ਦਾ ਸਟੋਰੀ। ਕੁਝ ਪਲ ਲਓ, ਟਾਈਮ ਲਓ, ਇਸ ਸਟੋਰੀ ਬਾਰੇ ਸੋਚੋ। ਪੋਂਡਰ ਕਰੋ ਮਤਲਬ ਸੋਚੋ। The above story is used with the hope that it will make us appreciate the difference between literal and logical thinking। ਇਹ ਜਿਹੜੀ ਸਟੋਰੀ ਜਿਹੜੀ ਹੈ ਉੱਪਰ ਜਿਹੜੀ ਦੱਸੀ ਗਈ ਹੈ, ਇਹ ਐਸ ਕਰਕੇ ਦੱਸੀ ਗਈ ਹੈ, ਐਸ ਉਮੀਦ ਨਾਲ ਦੱਸੀ ਗਈ ਹੈ ਕਿ ਸਾਨੂੰ ਪਤਾ ਲੱਗੇ ਦੋ ਤਰ੍ਹਾਂ ਦੀ ਥਿੰਕਿੰਗ ਦੇ ਵਿੱਚੋਂ, ਲੇਟਰਲ ਥਿੰਕਿੰਗ ਤੇ ਲੌਜੀਕਲ ਥਿੰਕਿੰਗ। ਦ ਗਰਲਸ ਡਾਇਲੇਮਾ cannot be solved with next line, next page, solved with traditional logical thinking and think of the consequences if she chooses the above logical answers। ਹੁਣ ਦੇਖੋ ਲੌਜੀਕਲੀ ਤਿੰਨ ਕੰਡੀਸ਼ਨ ਬਣਦੀਆਂ ਪਈਆਂ ਸੀਗੀਆਂ, ਤਿੰਨੇ ਕੰਡੀਸ਼ਨ ਆਪਾਂ ਗੱਲ ਕਰ ਲਈ ਵੀ ਉਹ ਪੈਬਲ ਰਿਫਿਊਜ਼ ਕਰ ਦੇਵੇ ਜਾਂ ਦੋਨਾਂ 'ਚੋਂ ਇੱਕ ਜਿਹੜੀ ਵੀ ਉਹ ਵਿੱਚੋਂ ਮਿਲਦੀ ਆ ਉਹ ਚੁੱਕ ਲਵੇ, ਆਪਦੇ ਪਿਤਾ ਨੂੰ ਕਰਜ਼ੇ ਤੋਂ ਬਚਾ ਦੇਵੇ, ਜੋ ਵੀ ਹੈ, ਤਾਂ ਜਾਂ ਉਹਨੂੰ ਐਕਸਪੋਜ਼ ਕਰ ਦੇਵੇ। ਇਹਨਾਂ ਨਾਲ ਮਸਲਾ ਹੱਲ ਨਹੀਂ ਹੁੰਦਾ ਸਹੀ ਮੈਨੇ 'ਚ ਲੌਜੀਕਲ ਥਿੰਕਿੰਗ ਨਾਲ। ਥਿੰਕ ਆਫ ਦਾ ਕੌਨਸੀਕੁਐਂਸਿਸ ਇਫ ਸ਼ੀ ਚੂਜ਼ਸ ਦਾ ਅਬਾਊ ਲੌਜੀਕਲ ਆਨਸਰਸ, ਤਾਂ ਉਹਦੇ ਕੌਨਸੀਕੁਐਂਸਿਸ ਕੀ ਬਣਨਗੇ, ਨਤੀਜੇ ਸਿੱਟੇ ਕੀ ਬਣਨਗੇ ਜੇਕਰ ਉਹ ਇਹਨਾਂ ਤਿੰਨਾਂ ਵਿੱਚੋਂ ਕੋਈ ਇੱਕ ਆਨਸਰ ਚੁਣ ਲੈਂਦੀ ਹੈ ਤਾਂ। ਵਟ ਵੁੱਡ ਯੂ ਰਿਕਮੈਂਡ ਦਾ ਗਰਲ ਟੂ ਡੂ। ਤੁਸੀਂ ਲੜਕੀ ਨੂੰ ਕੀ ਰਿਕਮੈਂਡ ਕਰੋਗੇ, ਸਲਾਹ ਕੀ ਦਓਗੇ, ਕੀ ਉਸਨੂੰ ਸਿਫਾਰਿਸ਼ ਕਰੋਗੇ ਆਪਦੇ ਵੱਲੋਂ। ਰਿਕਮੈਂਡ ਕਰਨਾ, ਸਿਫਾਰਿਸ਼ ਕਰਨੀ। ਦਿਸ ਇਜ਼ ਵਟ ਦਾ ਗਰਲ ਐਕਚੁਅਲੀ ਡਿਡ। ਹੁਣ ਲੜਕੀ ਨੇ ਕੀ ਕੀਤਾ ਉਹ ਧਿਆਨ ਨਾਲ ਸੁਣੋ। ਹੁਣ ਦ ਗਰਲ ਪੁੱਟ ਹਰ ਹੈਂਡ into the money bag and drew out a pebble। ਹੁਣ ਉਹ ਲੜਕੀ ਬੈਗ ਵਿੱਚ ਹੱਥ ਪਾਉਂਦੀ ਹੈ, ਵਿੱਚੋਂ ਇੱਕ ਪੈਬਲ ਬਾਹਰ ਕੱਢਦੀ ਹੈ, ਵਿਦਾਊਟ ਲੁਕਿੰਗ ਐਟ ਇਟ, ਬਿਨਾਂ ਇਸ 'ਤੇ ਦੇਖੇ ਹੋਏ। ਜਿਵੇਂ ਆਪਾਂ ਨੂੰ ਪਤਾ ਹੀ ਸੀ ਵੀ ਬਿਨਾਂ ਦੇਖੇ ਬਾਹਰ ਉਹ ਕੰਕਰ ਬਾਹਰ ਕੱਢਣਾ ਨਾ। she fumbled and let it fall onto the pebble strewn path where it immediately became lost among all the other pebbles। ਹੁਣ ਦੇਖੋ ਉਹ ਨਾ ਜਾਣ ਬੁੱਝ ਕੇ ਫੰਬਲ ਕਰਦੀ ਹੈ। ਫੰਬਲ ਕਰਨਾ ਮਤਲਬ ਜਿਵੇਂ ਆਪਾਂ ਕਹਿੰਦੇ ਨਾ ਆਪਣੇ ਹੱਥ ਵਿੱਚੋਂ ਕੋਈ ਚੀਜ਼ ਆਪਾਂ ਸਹੀ ਤਰ੍ਹਾਂ ਪਕੜ ਨਹੀਂ ਸਕਦੇ ਤੇ ਆਪਾਂ ਜਾਣ ਕੇ ਨਾ ਉਹ ਕੀ ਕਰਦੀ ਹੈ ਵੀ ਉਹ ਪੱਥਰ ਦਾ ਟੁਕੜਾ ਜਿਹੜਾ ਹੱਥ ਵਿੱਚੋਂ ਛੱਡ ਦਿੰਦੀ ਹੈ, ਤੇ ਉਹ ਜਿਹੜਾ ਪੱਥਰ ਦਾ ਟੁਕੜਾ ਜਿਹੜਾ ਹੁੰਦਾ ਉਹ ਕੀ ਹੁੰਦਾ ਥੱਲੇ ਜਿਹੜੇ ਹੋਰ ਕੰਕਰ ਪਏ ਹੁੰਦੇ ਆ ਉਹਨਾਂ ਦੇ ਵਿੱਚ ਰਲ ਜਾਂਦਾ ਇਮੀਡੀਏਟਲੀ ਮੈਨੇ ਤੁਰੰਤ ਉਹਦੇ 'ਚ ਉਹਨਾਂ 'ਚ ਹੀ ਗਵਾਚ ਜਾਂਦਾ ਉਹ। ਹਾਊ ਕਲਮਜ਼ੀ ਆਫ ਮੀ ਸ਼ੀ ਸੈਡ। ਹੁਣ ਉਹ ਕੀ ਕਹਿੰਦੀ ਹੈ, ਉਹ ਮੈਂ ਕਿੰਨੀ ਕਲਮਜ਼ੀ ਹਾਂ, ਮਤਲਬ ਮੈਨੂੰ ਮੇਰਾ ਤਰੀਕਾ ਮੇਰਾ ਸਹੀ ਨਹੀਂ ਸੀ, ਔਕਵਰਡ ਤਰੀਕੇ ਨਾਲ ਮੈਂ ਇਹਨੂੰ ਵੀ ਆਹ ਕੰਮ ਕੀਤਾ, ਭੱਦੇ ਤਰੀਕੇ ਨਾਲ ਕੰਮ ਕੀਤਾ। ਕਹਿਣ ਦਾ ਮਤਲਬ ਮੈਂ ਚੱਜ ਨਾਲ ਵਿੱਚੋਂ ਜਿਹੜਾ ਪੱਥਰ ਉਹ ਬਾਹਰ ਨਹੀਂ ਕੱਢ ਸਕੀ, ਕੰਕਰ ਬਾਹਰ ਨਹੀਂ ਕੱਢ ਸਕੀ। ਬਟ ਨੈਵਰ ਮਾਈਂਡ, ਪਰੰਤੂ ਕੋਈ ਗੱਲ ਨਹੀਂ। ਇਫ ਯੂ ਲੁੱਕ ਇਨਟੂ ਦਾ ਬੈਗ ਫॉर the one that is left you will be able to tell which pebble I picked। ਹੁਣ ਦੇਖੋ ਗੇਮ ਲੜਕੀ ਖੇਡ ਗਈ, ਕੀ ਕਹਿੰਦੀ ਹੈ, ਕੋਈ ਗੱਲ ਨਹੀਂ, ਮੇਰੇ ਇੱਥੋਂ ਤਾਂ ਕੰਕਰ ਪੱਥਰ ਜਿਹੜਾ ਉਹ ਡਿੱਗ ਹੀ ਪਿਆ ਨਾ, ਹੁਣ ਤੁਸੀਂ ਕੀ ਕਰੋ ਬੈਗ ਦੇ ਵਿੱਚ ਜਿਹੜਾ ਬਾਕੀ ਬਚਿਆ ਨਾ ਉਹਨੂੰ ਵੇਖ ਲਓ ਤੇ ਪਤਾ ਲੱਗ ਜੂਗਾ ਵੀ ਮੈਂ ਕਿਹੜਾ ਚੱਕਿਆ ਸੀ। ਹੁਣ ਆਪਾਂ ਨੂੰ ਪਤਾ ਹੈ
भी दोने किहड़े है, ब्लैक। जिहड़ा बाहर आया वो भी किहड़ा, ब्लैक। बाकी बचिया किहड़ा है, ब्लैक। इहदा मतलब कहंदी मैं चक्या किहड़ा होऊगा, फिर जिहड़ा डिग्गिया किहड़ा होऊगा, वाइट डिग्गिया होऊगा। फिर तो बस फिर ठीक है। अगों पढ़ते हैं आपां। Since the remaining pebble is black, it must be assumed that she had picked the white one. क्योंकि जिहड़ा बाकी जिहड़ा बचिया पिछे जिहड़ा बचिया है वो ब्लैक है, इसका मतलब की अज्यूम किया जाऊगा, की मन्निया जाऊगा कि जिहड़ा पत्थर चुक्या गया है, कंकर चुक्या गया है, वो किहड़ा सी, वाइट। एंड सिंस द मनी लैंडर डेयर्ड नॉट एडमिट हिज डिसऑनेस्टी, क्योंकि जिहड़ा मनी लैंडर सी वो आपदी हुण बेईमानी नूं एडमिट नहीं कर सकदा सी, वो स्वीकार नहीं कर सकदा सी, इन्ना हौसला नहीं उहदे सी, डेयर नहीं सीगा। द गर्ल चेंज्ड what seemed an impossible situation into an extremely adventurous one। हुण जिहड़ी लड़की है उसने इंपॉसिबल सिचुएशन जिहड़ी लगदी पई सी ना, जिंदे च कोई बचा नहीं लगदा पिया सीगा, उन्हों एक्सट्रीमली बने हुंदा बहुत ज़्यादा, एडवेंटेजेस वन आपदे लाभ वास्ते उहदे विच कन्वर्ट कर लिया, चेंज कर लिया। किस तरीके नाल, आपदी लेटरल थिंकिंग नाल। नैक्सट पैरा, वट डज दिस स्टोरी टीच अस, ये स्टोरी सानू की सिखाती है। इज इट दैट द मोस्ट कंपलैक्स प्रॉब्लम डू हैव ए सॉल्यूशन, ये की सिखाती है, मोस्ट कंपलैक्स प्रॉब्लम्स का भी सॉल्यूशन हुंदा है। वड्डियां तो वड्डियां गुंझलदार तो गुंझलदार प्रॉब्लम्स है, उन्हां दा भी हल हैगा। इट इज़ ओनली दैट वी डोंट अटैम्प्ट टू थिंक इन दैट डायरैक्शन। हुंदा सिर्फ की है, इट इज़ ओनली दैट असी उस डायरैक्शन विच सोचन की कोशिश नहीं करते, अटैम्प्ट ही नहीं करते। इट टीच अस टू थिंक आउट ऑफ द बॉक्स और थिंक लेटरली। ये सानू की सिखाती है, आपकी सोच नूं किवें रखो, आउट ऑफ द बॉक्स और थिंक लेटरली, अलग तरह सोचो। तो सानू जिहड़ी आ स्टोरी है इत्थों हुण आइडिया लग गया होगा भी मान लो साडी जिंदगी च वख-वख प्रॉब्लम्स आंदियां, वख-वख सिचुएशनस आंदियां, तो उन्होंने आपां आपदी थिंकिंग आउट ऑफ द बॉक्स ਜਾਂ ਲੇਟਰਲ ਥਿੰਕਿੰਗ ਨਾਲ ਉਹਨੂੰ ਆਪਾਂ ਈਜ਼ੀਲੀ ਸੋਲਵ ਕਰ ਸਕਦੇ ਹਾਂ। ਲੋੜ ਕੀ ਹੈ, ਲੇਟਰਲ ਥਿੰਕਿੰਗ ਅਪਣਾਉਣ ਦੀ, ਹਟ ਕੇ ਸੋਚਣ ਦੀ। ਟ੍ਰੈਡੀਸ਼ਨਲ ਸੋਚਾਂਗੇ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਆਪਾਂ ਸੋਚ ਕੇ ਹੀ ਬੰਦ ਕਰ ਦਾਂਗੇ। ਜਿਹੜੀ ਲੇਟਰਲ ਥਿੰਕਿੰਗ ਹੁੰਦੀ ਹੈ ਇਹ ਨਵੀਂ ਸੋਚ ਹੁੰਦੀ ਹੈ, ਥਿੰਕਿੰਗ ਆਊਟ ਆਫ ਦਾ ਬਾਕਸ, ਜਿਹੜਾ ਜਿੰਦੇ ਬਾਰੇ ਪਹਿਲਾਂ ਨਹੀਂ ਸੋਚਿਆ ਹੁੰਦਾ। ਹੁਣ ਤੁਸੀਂ ਜਿਹੜੀ ਆਪਾਂ ਸਟੋਰੀ ਪੜ੍ਹੀ ਹੈ उनके बारे सोच के वेख लो भी 3 सिचुएशन बन गई लॉजिकल थिंकिंग नाल, आपां किन्ने नहीं सोचिया सीगा भी इंज हो जाऊगा। तो फिर जिहड़ी वो लड़की की सोच सी वो हट के सी, जिहड़ी उसनूं इस सिचुएशन चों पार लंघाती है, प्रॉब्लम नूं सॉल्व करती है। तो आपां नैक्सट पार्ट जिहड़ा वो नैक्सट वीडियो च देखते हैं। थैंक यू।